करूं बेनती दो कर जोरी, करूं बेनती दो कर जोरी। दया धार अपना कर लीजे, दया धार अपना। ਇਹ ਸਤਸੰਗ ਘਰ ਵੀ ਪੰਜਾਬ ਦੀਆਂ ਵੇਖਣਯੋਗ ਇਮਾਰਤਾਂ ਵਿੱਚੋਂ ਇੱਕ ਹੋਵੇਗਾ। ਆਸ ਹੈ ਕਿ ਤੁਸੀਂ ਇਸ ਦੇ ਮੁਹੂਰਤ ਸਮੇਂ ਵੀ ਇੰਜ ਹੀ ਸਜੇ ਹੋਵੋਗੇ ਜਿਵੇਂ ਕਿ ਅੱਜ ਨੀਂਹ ਪੱਥਰ ਰੱਖਣ ਸਮੇਂ ਆਏ। ਸਭ ਤੋਂ ਵੱਧ ਧੰਨਵਾਦ ਦੇ ਪਾਤਰ ਬਾਬੂ ਗੱਜਾ ਸਿੰਘ ਜੀ ਹਨ। ਉਹ ਮਿਲਟਰੀ ਵਿੱਚ ਐਸਡੀਓ ਹਨ ਤੇ ਅੱਜ ਕੱਲ੍ਹ ਛੁੱਟੀ ਲੈ ਕੇ ਆਏ ਹੋਏ। ਉਹ ਛੇਤੀ ਹੀ ਰਿਟਾਇਰ ਹੋਣ ਵਾਲੇ ਹਨ। ਬਾਬੂ ਜੀ ਬਾਲ ਬ੍ਰਹਮਚਾਰੀ ਹਨ। ਉਹਨਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਆਪਣਾ ਜੀਵਨ ਭਜਨ ਸਿਮਰਨ ਵਿੱਚ ਹੀ ਬਤੀਤ ਕਰਦੇ ਰਹੇ। ਤੁਮ ਸੁਨੋ ਦਿਆਲ ਮਹਾਰੀ ਆਰਜੀ। ਆਪ ਅੱਜ ਕੱਲ ਡੇਰੇ ਵਿੱਚ ਹੀ ਹਨ। ਇਸ ਨਵੇਂ ਸਤਸੰਗ ਘਰ ਨੂੰ ਬਣਾ ਰਹੇ ਹਨ। ਧੰਨਵਾਦ ਦੇ ਦੂਸਰੇ ਅਧਿਕਾਰੀ ਨੇ ਰਾਏ ਬਹਾਦਰ ਹਰ ਨਾਰਾਇਣ ਸਿੰਘ ਜੀ। ਤੁਸੀਂ ਇਹਨਾਂ ਦੀ ਉਮਰ ਵੇਖੋ, ਇਹਨਾਂ ਦੀ ਸਿਹਤ ਵੇਖੋ, ਪਰ ਉਸ ਤੋਂ ਉਹਨਾਂ ਦੇ ਸਤਿਗੁਰੂ ਪ੍ਰੇਮ ਤੇ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਅਸੀਂ ਵੀ ਪ੍ਰੇਮ ਦੀ ਮੂਰਤ ਹਾਂ ਤੇ ਇਸ ਕੰਮ ਵਾਸਤੇ ਡੇਰੇ ਵਿੱਚ ਠਹਿਰੇ ਹੋਏ ਹਾਂ। ਭਾਵੇਂ ਉਹਨਾਂ ਦੀ ਸਿਹਤ ਆਗਿਆ ਨਹੀਂ ਦਿੰਦੀ, ਫਿਰ ਵੀ ਪ੍ਰੇਮ ਬਸ ਹੋ ਕੇ ਹਿੰਮਤ ਕਰ ਰਹੇ ਹਨ। तुम मेरी राखो लाज हरी। ਐਸੀਆਂ ਹਸਤੀਆਂ ਨੂੰ ਵੇਖ ਕੇ ਭਰੋਸਾ ਵੱਜਦਾ ਹੈ। ਇਹ ਭਾਵਨਾ ਛੇਤੀ ਹੀ ਬਣ ਜਾਵੇਗੀ। ਮੈਂ ਉਹਨਾਂ ਪ੍ਰੇਮੀ ਸਤਸੰਗੀਆਂ ਦੇ ਵੱਖ-ਵੱਖ ਨਾਂ ਨਹੀਂ ਲੈ ਸਕਦਾ ਜੋ ਕਾਰੀਗਰ, ਮੁੰਸ਼ੀ ਅਤੇ ਓਵਰਸੀਰ ਦੇ ਰੂਪ ਵਿੱਚ ਇਸ ਕੰਮ ਵਿੱਚ ਸਹਾਇਤਾ ਦੇ ਰਹੇ ਹਨ, ਜਿਨ੍ਹਾਂ ਨੇ ਆਪਣੇ ਹੱਥੀਂ ਕੰਮ ਕਾਰ ਕਰਕੇ ਉਸ ਦਾ ਲਾਭ ਉਠਾਇਆ ਹੈ। ਮੈਂ ਸਮੁੱਚੇ ਰੂਪ ਵਿੱਚ ਉਹਨਾਂ ਸਭ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਤੋਂ ਛੁੱਟ 60 ਹੋਰ ਸਤਸੰਗੀ 15 ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਹਨ। ਉਹ ਵੀ ਧੰਨਵਾਦ ਦੇ ਪਾਤਰ ਹਨ। ਮੈਨੂੰ ਹੁਕਮ ਹੋਇਆ ਕਿ ਬਹੁਤ ਹੀ ਸੰਖੇਪ ਵਿੱਚ ਬੋਲਾਂ। ਜੇ ਹੁਣ ਮੈਂ ਅਤਿਅੰਤ ਦੀਨਤਾ ਤੇ ਆਦਰ ਪੂਰਵਕ ਹਜ਼ੂਰ ਮਹਾਰਾਜ ਜੀ ਪਰਮਪਿਤਾ ਪਰਮਾਤਮਾ ਜੀ ਦੀ ਸੇਵਾ ਵਿੱਚ ਪ੍ਰਾਰਥਨਾ ਕਰਦਾ ਹਾਂ ਕਿ ਉਹ ਆਪਣੇ ਪਵਿੱਤਰ ਕਰ ਕਮਲਾਂ ਦੁਆਰਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕਰ। ਤੁਮ ਸਲਾਮਤ ਰਹੇ 1000 ਬਰਸ, ਹਰ ਬਰਸ ਹੋ एक दिन 50,000। परम संत पूरन धनी हजूर महाराज जी बाबा सावन सिंह जी का भाषण। ਇਹ शुभ अवसर ते हजूर महाराज जी ने एक छोटा जिहा भाषण दिता है जो इस प्रकार है। बेनती है कि मैं उस प्रसन्नता का कोई भी वर्णन नहीं कर सकता जो मेरे जहे कामी, क्रोधी ते तुष जीव नूं इस कर्म दे अदा करन विच होवे। दुखन लागे नैन दरस बिन। ये मेरी ताकत ते लियाकत नहीं है कि ये उस महापुरुष बाबा जी महाराज जी का काम है। उसने अपनी सारी आर्जा अभ्यास विच गुजार दी है। मेरे पिता जी ਨੂੰ ਸਾਧੂ ਸੰਤਾਂ ਦੇ ਦਰਸ਼ਨ ਕਰਨ ਦਾ ਬੜਾ ਸ਼ੌਕ ਸੀ। ਉਹ ਚਾਹੁੰਦੇ ਸਨ ਕਿ ਕੋਈ ਪੂਰਨ ਮਹਾਤਮਾ ਮਿਲੇ। ਸਿੱਖ ਪਰਿਵਾਰ ਵਿੱਚ ਆਉਣ ਕਰਕੇ 7 ਸਾਲ ਦੀ ਉਮਰ ਵਿੱਚ ਹੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਿਆ ਸੀ। ਮੈਨੂੰ ਵੇਦਾਂਤ ਦਾ ਵੀ ਸ਼ੌਕ ਸੀ। ਮੇਰੀ ਸੰਗਤ ਹਰ ਮਜ਼ਹਬ ਦੇ ਹਰ ਪੁਰਸ਼ਾਂ ਨਾਲ ਹੈ। ਮੈਂ ਕਿਸੇ ਭੇਦਭਾਵ ਜਾਂ ਪੱਖਪਾਤ ਨਾਲ ਨਹੀਂ, ਸਗੋਂ ਪ੍ਰੇਮ ਪਿਆਰ ਦੇ ਨਾਲ ਹਰ ਇੱਕ ਧਰਮ ਦੇ ਮਹਾਪੁਰਸ਼ ਨੂੰ ਮਿਲਦਾ ਹਾਂ। ਮੈਨੂੰ ਚਾਹ ਸੀ ਕਿ ਆਰੀਆ, ਸੁਲਤਾਨ, ਸਿੱਖ, ਮੁਸਲਮਾਨ ਜਾਂ ਕਿਸੇ ਵੀ ਕੌਮ ਦਾ ਹੋਵੇ, ਕੋਈ ਵੀ ਪੂਰਾ ਸੰਤ ਮਿਲੇ। 22 ਸਾਲ ਇਸ ਖੋਜ ਵਿੱਚ ਬਤੀਤ ਕਰ ਦਿੱਤੇ।
ਪਰ ਅਜਿਹਾ ਮਨ ਭਾਉਂਦਾ ਮਹਾਤਮਾ ਨਾ ਮਿਲਿਆ ਜੋ ਮੇਰੇ ਸ਼ੰਕੇ ਮਿਟਾਉਂਦਾ ਹੈ ਤੇ ਮੇਰੇ ਸਵਾਲਾਂ ਦਾ ਸਹੀ ਜਵਾਬ ਦਿੰਦਾ ਹੈ। ਮੈਨੂੰ ਕਈ ਕਮਾਈ ਵਾਲੇ ਮਹਾਤਮਾ ਵੀ ਮਿਲੇ। ਮੈਂ ਉਹਨਾਂ ਨੂੰ ਕਿਹਾ ਕਿ ਕੁਝ ਦੱਸੋ। ਉਹਨਾਂ ਨੇ ਉੱਤਰ ਦਿੱਤਾ, ਅਜੇ ਸਮਾਂ ਨਹੀਂ ਆਇਆ, ਸਮਾਂ ਆਵੇਗਾ, ਜ਼ਰੂਰ ਆਵੇਗਾ। अब की बार बख्श बंदे को। ਅੰਤ ਨੂੰ ਉਹ ਸਮਾਂ ਆ ਗਿਆ। ਮੈਂ ਪੋਮਰੀ ਵਿੱਚ ਇੱਕ XEN ਦੇ ਬੰਗਲੇ ਉੱਤੇ ਕੰਮ ਕਰ ਰਿਹਾ ਸਾਂ। ਮਹਾਤਮਾ ਬਾਬਾ ਜੈਮਲ ਸਿੰਘ ਜੀ ਮਹਾਰਾਜ ਇੱਕ ਸਿੱਖ ਦੇ ਨਾਲ ਮੇਰੇ ਕੋਲ ਦੀ ਲੰਘੇ। ਮਹਾਰਾਜ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਅਸੀਂ ਇਸ ਭਾਈ ਵਾਸਤੇ ਇੱਥੇ ਆਏ ਹਾਂ, ਸਾਡਾ ਇਹਦੇ ਨਾਲ ਪਿਛਲੇ ਜਨਮ ਦਾ ਸੰਬੰਧ ਹੈ। ਉਹ ਹੱਸ ਕੇ ਕਹਿਣ ਲੱਗੇ, ਇਹਨੇ ਤਾਂ ਤੁਹਾਨੂੰ ਫਤਿਹ ਵੀ ਨਹੀਂ ਬੁਲਾਈ। ਮਹਾਰਾਜ ਜੀ ਨੇ ਫਰਮਾਇਆ, ਇਸ ਵਿਚਾਰੇ ਨੂੰ ਕੀ ਪਤਾ, ਅੱਜ ਤੋਂ ਚੌਥੇ ਦਿਨ ਬਾਅਦ ਇਹ ਸਾਡੇ ਕੋਲ ਆਵੇਗਾ। ਤਨਕ ਹਰੀ ਚਿਤਵੋ ਜੀ